Hello students, welcome at Learners Boha e-learning platform। बेटा सैशन 2023-24 10+2 ਬਾਇਓਲੋਜੀ ਦਾ ਇਹ ਸੈਸ਼ਨ ਹੈ। ਇਸ ਸੈਸ਼ਨ ਦੇ ਵਿੱਚ ਅਸੀਂ ਕੀ ਕੁਝ ਡਿਸਕਸ ਕਰਨਾ ਹੈ। ਸਭ ਤੋਂ ਪਹਿਲਾਂ ਬੇਟਾ ਅਸੀਂ ਦੇਖਾਂਗੇ ਕਿ ਇਸ ਸੈਸ਼ਨ ਦੇ ਵਿੱਚ 2023-24 ਦੇ ਵਿੱਚ ਸਾਡਾ ਬਾਇਓਲੋਜੀ ਦਾ ਸਿਲੇਬਸ ਕੀ ਰਹਿਣ ਵਾਲਾ ਹੈ। ਕੀ ਇਹ ਸੇਮ ਸਿਲੇਬਸ ਹੈ ਜਾਂ ਸਾਡਾ ਸਿਲੇਬਸ ਰਿਡਿਊਸ ਹੋ ਚੁੱਕਿਆ ਹੈ। ਨੈਕਸਟ ਬੇਟਾ ਪੂਰਾ ਸਿਲੇਬਸ ਜਿੰਨੇ ਵੀ ਇਸ ਦੇ ਚੈਪਟਰਸ ਹੈਗੇ ਨੇ ਉਹਨਾਂ ਚੈਪਟਰਸ ਦੀ ਇੱਕ ਬਰੀਫ ਇੰਟਰੋਡਕਸ਼ਨ ਜਿਹਦੇ ਵਿੱਚ ਤੁਹਾਨੂੰ ਮੈਂ ਜਨਰਲ ਦੱਸੂਗਾ ਕਿ ਇਸ ਚੈਪਟਰ ਦੇ ਵਿੱਚ ਕੀ ਕੁਝ ਪੜ੍ਹਨ ਵਾਲਾ ਹੈ ਸੋ ਦੈਟ ਤੁਹਾਨੂੰ ਪਤਾ ਲੱਗ ਸਕੇ ਕਿ 10+2 ਦਾ ਬਾਇਓਲੋਜੀ ਦਾ ਸਿਲੇਬਸ ਕਿੰਨਾ ਕੁ ਇੰਟਰਸਟਿੰਗ ਸਿਲੇਬਸ ਹੈ। ਥਰਡ ਬੇਟਾ ਇਸ ਬਾਇਓਲੋਜੀ ਦੇ ਸਿਲੇਬਸ ਨੂੰ ਕਰਨ ਦੇ ਲਈ ਇਸ ਪੂਰੀ ਪੜ੍ਹਾਈ ਨੂੰ ਕਰਨ ਦੇ ਲਈ ਪੂਰੇ ਸੈਸ਼ਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਅਟੈਚ ਹੋਵਾਂਗੇ, ਮੈਂ ਇਸ ਲਰਨਿੰਗ ਪਲੇਟਫਾਰਮ ਦੇ ਥਰੂ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦਾ ਹਾਂ, ਉਹ ਸਾਰਾ ਬੇਟਾ ਅੱਜ ਦੇ ਇਸ ਸੈਸ਼ਨ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਿਲੇਬਸ ਦੀ। ਸਾਡਾ ਬੇਟਾ 10+2 ਦਾ ਬਾਇਓਲੋਜੀ ਦਾ ਸਿਲੇਬਸ ਰਿਡਿਊਸ ਹੋ ਚੁੱਕਿਆ ਹੈ। ਅਸੀਂ ਬਹੁਤ ਥਾਵਾਂ 'ਤੇ ਸੁਣਿਆ ਹੈ, ਸਮਟਾਈਮ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਕੋਈ ਰਿਊਮਰ ਤਾਂ ਨਹੀਂ, ਇਹ ਰਿਊਮਰ ਨਹੀਂ ਹੈ। ਸਾਡਾ ਸਿਲੇਬਸ ਵਾਕਈ ਰਿਡਿਊਸ ਹੋ ਚੁੱਕਿਆ ਹੈ। ਅਸੀਂ 10+2 ਬਾਇਓਲੋਜੀ ਦੇ ਵਿੱਚ ਜਿੱਥੇ ਪਹਿਲਾਂ 16 ਚੈਪਟਰਸ ਕਰਦੇ ਸੀ ਹੁਣ ਸਾਡੇ ਕੋਲੇ ਬੇਟਾ ਉਹ ਸਿਰਫ 13 ਚੈਪਟਰਸ ਨੇ। ਤੇ ਜੇ ਤੁਸੀਂ ਆਪਣੇ +1 ਦੇ ਕੰਪੈਰੀਟਿਵਲੀ ਗੱਲ ਕਰੋ, +1 ਦੇ ਵਿੱਚ ਤਾਂ ਤੁਸੀਂ 22 ਚੈਪਟਰ ਕਰਕੇ ਆਏ ਹੋ ਤਾਂ ਇੱਥੇ ਤਾਂ ਸਿਰਫ 13 ਚੈਪਟਰਸ ਹੀ ਨੇ। 50% ਮੰਗੂ ਸਿਲੇਬਸ ਹੈ +1 ਦੇ ਅਕਾਰਡਿੰਗਲੀ ਤਾਂ। ਸੋ ਪਹਿਲਾਂ ਤਾਂ ਸਾਡੇ ਲਈ ਇਹ ਈਜ਼ੀ ਗੱਲ ਹੈ, ਸਿਲੇਬਸ ਘੱਟ ਹੈ। ਚੈਪਟਰ ਕਿਹੜੇ ਆ ਉਹ ਵੀ ਡਿਸਕਸ ਕਰਦੇ ਹਾਂ, ਕਿਹੜੇ ਡਿਲੀਟ ਹੋਏ ਆ ਉਹ ਵੀ ਡਿਸਕਸ ਕਰਦੇ ਹਾਂ। ਦੂਸਰਾ ਬੇਟਾ ਜੇ ਆਪਾਂ +2 ਦੀ ਗੱਲ ਕਰੀਏ, +1 ਦੇ ਕੰਪੈਰੀਟਿਵਲੀ +2 ਵੈਸੇ ਹੀ ਇੰਟਰਸਟਿੰਗ ਹੈ। ਅਸਲ ਦੇ ਵਿੱਚ +1 ਜਿਹੜਾ ਹੈਗਾ ਉਹਦੇ 'ਚ ਚੈਪਟਰਸ ਹੈਗੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਚੈਪਟਰਸ ਹੈਗੇ ਆ। ਉਹਨਾਂ ਦਾ ਕਿਤੇ ਕਈ ਚੈਪਟਰਸ ਦਾ ਇੱਕ ਦੂਜੇ ਨਾਲ ਲਿੰਕ ਵੀ ਨਹੀਂ ਬਣਦਾ, ਬਟ +2 ਦੇ ਸਾਰੇ ਚੈਪਟਰਸ ਇੰਟਰਕਨੈਕਟਡ ਚੈਪਟਰਸ ਨੇ। +2 ਦੀ ਬਾਇਓਲੋਜੀ ਅਸਲ ਦੇ ਵਿੱਚ ਯਾਦ ਕਰਨ ਦੀ, ਰੱਟੇ ਮਾਰਨ ਦੀ ਬਾਇਓਲੋਜੀ ਨਹੀਂ ਹੈ। +2 ਦੀ ਬਾਇਓਲੋਜੀ ਤਾਂ ਸਿੱਖਣ ਦੀ ਬਾਇਓਲੋਜੀ ਹੈ। ਅਤੇ ਇਸ ਸਬਜੈਕਟ ਨੂੰ ਜੇ ਤੁਸੀਂ ਸਿੱਖਣਾ ਹੈ ਤਾਂ ਤੁਸੀਂ ਇਸ ਲਰਨਿੰਗ ਪਲੇਟਫਾਰਮ 'ਤੇ ਮੇਰੇ ਨਾਲ ਅਟੈਚਡ ਰਹਿਣਾ। ਇਸ ਤੋਂ ਇਲਾਵਾ ਮੇਰੇ ਕੋਲ ਇੱਕ ਹੋਰ ਜਿਹੜਾ ਪਲੇਟਫਾਰਮ ਹੈ ਉਹ ਹੈ ਈ-ਮਾਸਟਰ। ਈ-ਮਾਸਟਰ ਪਲੇਟਫਾਰਮ ਇੱਕ ਐਪ ਹੈ, ਜਿਹੜੀ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਉਸ ਐਪ ਦੇ ਥਰੂ ਵੀ ਅਸੀਂ ਇੱਕ ਦੂਜੇ ਨਾਲ ਕਨੈਕਟਡ ਰਹਾਂਗੇ ਅਤੇ ਬੜਾ ਕੁਛ ਉਸ ਐਪ ਦੇ ਉੱਤੇ ਪਿਆ। ਕਿਸ ਤਰੀਕੇ ਦੇ ਤੁਹਾਡੇ ਜਿਹੜੇ ਹੈਗੇ ਨੇ ਪਲਾਨ ਆਫ ਸਟੱਡੀ ਹੈ, ਕਿਵੇਂ ਅਸੀਂ ਬੇਟਾ ਤੁਹਾਡੇ ਟੈਸਟ ਲੈਣੇ ਆ, ਆਨਲਾਈਨ ਟੈਸਟ ਹੁੰਦੇ ਆ, ਜਾਂ ਕਿਵੇਂ ਵੀਡੀਓ ਲੈਕਚਰਸ ਰਿਕਾਰਡਡ ਨੇ, ਕਿਵੇਂ ਲਾਈਵ ਸੈਸ਼ਨਸ ਹੈਗੇ ਨੇ, ਉਹ ਸਭ ਗੱਲਾਂ ਉਸ ਐਪ ਦੇ ਵਿੱਚ ਤੁਸੀਂ ਜਦੋਂ ਜਾਓਗੇ ਤਾਂ ਤੁਹਾਨੂੰ ਉੱਥੇ ਆਪਣੇ ਆਪ ਕਲੀਅਰ ਹੋ ਜਾਏਗਾ। ਹੁਣ ਜੇ ਸਿਲੇਬਸ ਦੀ ਗੱਲ ਕਰੀਏ, ਸਿਲੇਬਸ ਦੇ ਵਿੱਚ ਸਾਡੇ ਕੋਲ 5 ਯੂਨਿਟਸ ਨੇ, ਜਿਹਦੇ 'ਚ ਪਹਿਲਾ ਯੂਨਿਟ ਹੈ ਰੀਪਰੋਡਕਸ਼ਨ, ਦੈਨ ਹੈ ਜੈਨੇਟਿਕਸ ਐਂਡ ਐਵੋਲਿਊਸ਼ਨ, ਦੈਨ ਹੈ ਬਾਇਓਲੋਜੀ ਐਂਡ ਹਿਊਮਨ ਵੈਲਫੇਅਰ, 4th ਯੂਨਿਟ ਇਜ਼ ਬਾਇਓਟੈਕਨੋਲੋਜੀ ਐਂਡ ਇਟਸ ਪ੍ਰਿੰਸੀਪਲਸ, ਐਂਡ 5th ਯੂਨਿਟ ਇਜ਼ ਇਕੋਲੋਜੀ ਐਂਡ ਐਨਵਾਇਰਨਮੈਂਟ। ਅਤੇ ਇਹਨਾਂ 5 ਯੂਨਿਟਸ ਦੇ ਵਿੱਚ ਸਾਡੇ ਕੋਲ ਟੋਟਲ 13 ਚੈਪਟਰਸ ਹੈਗੇ ਨੇ। ਸਭ ਤੋਂ ਪਹਿਲਾਂ ਬੇਟਾ ਯੂਨਿਟ 1 ਦੀ ਗੱਲ ਕਰਦੇ ਹਾਂ। ਯੂਨਿਟ 1 ਇਜ਼ ਰੀਪਰੋਡਕਸ਼ਨ। Earlier this unit consisted of 4 chapters, but now this unit has only 3 chapters. Chapter 1st is reproduction in flowering plants, 2nd is human reproduction, and 3rd is reproductive health. ਤੁਹਾਡੀਆਂ ਕਈ ਬੁੱਕਸ ਦੇ ਵਿੱਚ ਬੇਟਾ ਹੋ ਸਕਦਾ ਰੀਪਰੋਡਕਸ਼ਨ ਦਾ ਪਹਿਲਾ ਚੈਪਟਰ ਵੀ ਦਿੱਤਾ ਹੋਵੇ, ਬਟ ਨਾਓ ਦੈਟ ਚੈਪਟਰ ਹੈਜ਼ ਬੀਨ ਡਿਲੀਟਡ ਫਰੋਮ ਦਾ ਸਿਲੇਬਸ। ਉਸ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਉਹ ਨਹੀਂ ਕਰਨਾ ਅਸੀਂ। ਸੋ ਕਨਫਿਊਜ਼ ਨਹੀਂ ਹੋਣਾ ਬੁੱਕਸ ਦੇ ਪਿੱਛੇ। ਜੋ ਮੈਂ ਤੁਹਾਨੂੰ ਇੱਥੇ ਦੱਸ ਰਿਹਾ ਸਿਲੇਬਸ ਇਹ ਹੀ ਐਕਚੁਅਲ ਸਿਲੇਬਸ ਹੈ। ਤਾਂ ਜਿਹੜਾ ਸਾਡਾ ਪਹਿਲਾ ਚੈਪਟਰ ਹੈ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ, ਫੁੱਲਾਂ ਵਾਲੇ ਪੌਦੇ ਕਿਵੇਂ ਰੀਪਰੋਡਕਸ਼ਨ ਕਰਦੇ ਆ। ਕਣਕ ਦੇ ਫੁੱਲ ਲੱਗਦੇ ਆ, ਸਰੋਂ ਦੇ ਫੁੱਲ ਲੱਗਦੇ ਆ, ਇਹ ਸਾਡੀਆਂ ਫਸਲਾਂ ਨੇ ਜਿਹੜੀਆਂ ਫਸਲਾਂ ਦੀ ਆਪਾਂ ਆਮ ਗੱਲ ਕਰਦੇ ਹਾਂ। ਤਾਂ ਕਿਵੇਂ ਰੀਪਰੋਡਕਸ਼ਨ ਹੁੰਦੀ ਹੈ ਬਈ, ਨਵੇਂ ਪੌਦੇ ਕਿਵੇਂ ਉਗਾਉਣੇ ਆ, ਕਣਕ ਦੇ ਬੀਜ ਹੀ ਬੀਜਦੇ ਆ ਨਾ। ਤਾਂ ਉਹੀ ਚੀਜ਼ ਹੈ ਕਿ ਫਲਾਵਰਿੰਗ ਪਲਾਂਟਸ ਦੇ ਵਿੱਚ ਬੀਜ ਬਣਦੇ ਨੇ, ਤਾਂ ਉਹ ਸੀਡ ਬਣਨ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਇਸ ਚੈਪਟਰ ਦੇ ਵਿੱਚ ਅਸੀਂ ਪੜ੍ਹਨਾ ਹੈ। ਕਿਵੇਂ ਮੇਲ ਅਤੇ ਫੀਮੇਲ ਗੈਮੀਟਸ ਬਣਦੇ ਆ, ਪੋਲਨ ਗ੍ਰੇਨਸ ਬਣਦੇ ਆ, ਅਬਿਊਲ ਬਣਦੇ ਆ, ਫਰਟੀਲਾਈਜੇਸ਼ਨ ਹੁੰਦੀ ਹੈ, ਦੈਨ ਕਿਸ ਤਰੀਕੇ ਨਾਲ ਸੀਡ ਫਾਰਮੇਸ਼ਨ ਹੁੰਦੀ ਹੈ। ਤਾਂ ਜਦੋਂ ਸੀਡ ਫਾਰਮੇਸ਼ਨ ਹੋ ਗਈ ਤਾਂ ਇਹਦਾ ਮਤਲਬ ਫਲਾਵਰਿੰਗ ਪਲਾਂਟਸ ਦੇ ਵਿੱਚ ਰੀਪਰੋਡਕਸ਼ਨ ਕੰਪਲੀਟ। ਸੋ ਬੜਾ ਈਜ਼ੀ ਚੈਪਟਰ ਹੈ, ਇੰਟਰਸਟਿੰਗ ਚੈਪਟਰ ਹੈ। ਐਗਰੀਕਲਚਰ ਸਟੇਟ ਹੈ ਪੰਜਾਬ ਸਾਡੇ ਨਾਲ ਅਟੈਚਡ ਚੈਪਟਰ ਹੈਗਾ। ਦੈਨ ਨੈਕਸਟ ਬੇਟਾ ਆਪਣੇ ਕੋਲ ਜਿਹੜਾ ਹੈ ਦੂਸਰਾ ਹਿਊਮਨ ਰੀਪਰੋਡਕਸ਼ਨ। This is very easy and very interesting chapter.
ਮੇਲ ਤੇ ਫੀਮੇਲ ਰਿਪਰੋਡਕਟਿਵ ਸਿਸਟਮ ਕੀ ਨੇ, ਸਟਰਕਚਰ ਕੀ ਹੈ, ਮੇਲ ਸਪਰਮਸ ਕਿਵੇਂ ਬਣਦੇ ਆ, ਫੀਮੇਲ ਓਵਮ ਕਿਵੇਂ ਬਣਦਾ ਹੈ, ਕੀ ਮੈਂਸਟਰੁਅਲ ਸਾਈਕਲ ਹੈ, ਤਾਂ ਉਸ ਤੋਂ ਬਾਅਦ 'ਚ ਕਿਵੇਂ ਫਿਊਜ਼ਨ ਆਫ ਗੈਮੀਟਸ ਹੁੰਦੀ ਹੈ, ਜ਼ਾਈਗੋਟ ਕਿਵੇਂ ਬਣਦਾ ਹੈ, ਦੈਨ ਪੂਰੇ ਦਾ ਪੂਰਾ ਆਪਣੇ ਕੋਲੇ ਐਮਬ੍ਰੀਓ ਡਿਵੈਲਪਮੈਂਟ ਕਿਵੇਂ ਹੁੰਦਾ ਅਪ ਟੂ ਦਾ ਬਰਥ ਆਫ ਚਾਈਲਡ, ਉਹ ਸਾਰੀਆਂ ਸਟੇਜਸ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ। ਈਜ਼ੀ ਚੈਪਟਰ ਹੈ, ਇੰਟਰਸਟਿੰਗ ਵੀ ਹੈ। ਸੋ ਇਸ ਚੈਪਟਰ ਨੂੰ ਬੇਟਾ ਸਿੱਖਣ ਵਾਸਤੇ ਲਗਾਤਾਰ ਜਿਹੜੀਆਂ ਬਾਕੀ ਵੀ ਸਾਰੇ ਚੈਪਟਰਸ ਦੀਆਂ ਜਿਹੜੀਆਂ ਹੈਗੀਆਂ ਵੀਡੀਓਜ਼, ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਤੁਹਾਨੂੰ ਵੀਡੀਓਜ਼ ਦਊਂਗਾ, ਬਟ ਫਿਰ ਵੀ ਆਪਾਂ ਬੇਟਾ ਜੇ ਇਸ ਲਰਨਰਸ ਬੋਹਾ ਲਰਨਿੰਗ ਪਲੇਟਫਾਰਮ ਐਜ਼ ਵੈਲ ਐਜ਼ ਈ ਮਾਸਟਰ ਲਰਨਿੰਗ ਐਪ ਇਸ ਦੇ ਥਰੂ ਕਨੈਕਟ ਰਹਾਂਗੇ ਤਾਂ ਟਾਈਮ ਟੂ ਟਾਈਮ ਜਿਹੜੇ ਅਪਡੇਟਸ ਜਿਹੜੇ ਹੈਗੇ ਨੇ, ਅਪਡੇਟਡ ਲੈਕਚਰਸ ਐਜ਼ ਵੈਲ ਐਜ਼ ਇੰਪੋਰਟੈਂਟ ਕੁਐਸਚਨਸ ਆਫ ਐਵਰੀ ਚੈਪਟਰ ਉਹ ਤੁਹਾਨੂੰ ਮਿਲਦੇ ਰਹਿਣਗੇ। ਇਹ ਮੈਂ ਕਿਉਂ ਕੀਤਾ? ਕਿਉਂਕਿ ਮੈਨੂੰ ਬਹੁਤ ਸਾਰੇ ਬੱਚਿਆਂ ਦੇ ਕੁਐਰੀਜ਼ ਆਈਆਂ ਕਿ ਸਰ +1 ਦੇ ਵਿੱਚ ਅਸੀਂ ਪੜ੍ਹਿਆ ਬੜਾ, ਬਟ ਜਦੋਂ ਅਸੀਂ ਪੇਪਰ ਦੇ ਵਿੱਚ ਬੈਠੇ ਹਾਂ ਤਾਂ ਸਾਨੂੰ ਕੁਛ ਇਸ ਤਰ੍ਹਾਂ ਦੇ ਕੁਐਸਚਨਸ ਆ ਗਏ, ਜਿਹੜੇ ਚੈਪਟਰ ਕੁਐਸਚਨ ਸਾਨੂੰ ਆਉਂਦੇ ਵੀ ਸੀ ਬਟ ਸਾਨੂੰ ਇਹ ਨਹੀਂ ਸੀ ਐਕਚੁਅਲੀ ਪਤਾ ਲੱਗ ਰਿਹਾ ਕਿ ਇਹ 'ਚ ਲਿਖਣਾ ਕੀ ਹੈ, ਪੜ੍ਹਿਆ ਅਸੀਂ ਸਾਰਾ ਹੋਇਆ ਸੀ। ਉਹਦਾ ਰੀਜ਼ਨ ਇਹ ਸੀ ਕਿਉਂਕਿ ਪ੍ਰੈਕਟਿਸ ਘੱਟ ਹੁੰਦੀ ਹੈ ਕੁਐਸਚਨਸ ਦੀ, ਬਟ +2 ਦੇ ਵਿੱਚ ਤੁਹਾਡੀ ਇਹ ਪ੍ਰੋਬਲਮ ਸੋਲਵ ਹੋ ਜਾਣੀ ਹੈ, ਤੁਹਾਨੂੰ ਚੈਪਟਰ ਵਾਈਜ਼ ਜਿਹੜੇ ਇੰਪੋਰਟੈਂਟ ਕੁਐਸਚਨਸ ਨਾਲ ਦੀ ਨਾਲ ਮਿਲਦੇ ਜਾਣਗੇ। ਸੋ ਉਹ ਸਾਰੇ ਜਿਹੜੇ ਹੈਗੇ ਨੇ ਇਸ ਐਪ ਦੇ ਵਿੱਚ ਅਲੱਗ-ਅਲੱਗ ਲਿੰਕ ਦੇ ਵਿੱਚ ਅਪਲੋਡ ਕੀਤੇ ਹੋਏ ਆ। ਨੈਕਸਟ ਬੇਟਾ ਆਪਣੇ ਕੋਲੇ ਹੁਣ ਜੇ ਆਪਾਂ ਗੱਲ ਕਰੀਏ 3rd ਚੈਪਟਰ ਦੀ, ਦੈਟ ਇਜ਼ ਰਿਪਰੋਡਕਟਿਵ ਹੈਲਥ। ਰਿਪਰੋਡਕਸ਼ਨ ਦੇ ਨਾਲ ਰਿਲੇਟਡ, ਰਿਪਰੋਡਕਟਿਵ ਸਿਸਟਮ ਦੇ ਨਾਲ ਰਿਲੇਟਡ ਕੋਈ ਹੈਲਥ ਇਸ਼ੂਜ਼ ਤਾਂ ਨਹੀਂ ਹੈ, ਉਹਨਾਂ ਦੀ ਗੱਲ ਕਰਾਂਗੇ। ਜਾਂ ਕੋਈ ਇਨਫਰਟਾਈਲ ਕਪਲ ਹੈ, ਦੈਟ ਕਪਲ ਇਜ਼ ਨਾਟ ਹੈਵਿੰਗ ਚਾਈਲਡ, ਤਾਂ ਉਹਨਾਂ ਦੇ ਵਿੱਚ ਜਿਹੜੀ ਸਾਡੀ ਟੈਕਨੀਕਸ ਨੇ, ਜਿਵੇਂ IVF ਹੈ, ਤੁਸੀਂ ਬੜਾ ਸੁਣਿਆ ਹੋਣਾ IVF ਕਿਵੇਂ ਹੈਲਪ ਕਰਦੀ ਹੈ, IVF ਦਾ ਪ੍ਰੋਸੀਜਰ ਕੀ ਹੁੰਦਾ, ਪ੍ਰੋਸੈਸ ਕੀ ਹੁੰਦਾ, ਉਹ ਸਭ ਕੁਝ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਨਾ ਹੈਗਾ। ਸੋ ਇਹ ਪਹਿਲਾ ਯੂਨਿਟ ਹੈ। ਨੈਕਸਟ ਯੂਨਿਟ ਜਿਹੜਾ ਸਾਡੇ ਕੋਲੇ ਹੈ ਬੇਟਾ, ਦੈਟ ਇਜ਼ ਜੈਨੇਟਿਕਸ ਐਂਡ ਐਵੋਲੂਸ਼ਨ। ਦਿਸ ਯੂਨਿਟ ਕੰਸਿਸਟ ਆਫ 3 ਚੈਪਟਰਸ। ਪਹਿਲਾਂ ਵੀ 3 ਚੈਪਟਰ ਸੀ, ਹੁਣ ਵੀ 3 ਚੈਪਟਰ ਨੇ। ਇਹਦੇ ਵਿੱਚ ਬੇਟਾ ਜਿਹੜੇ 3 ਚੈਪਟਰਸ ਕਿਹੜੇ ਹੈ, ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਾਡਾ ਚੈਪਟਰ ਹੈ ਦੈਟ ਇਜ਼ ਜੈਨੇਟਿਕਸ ਐਂਡ ਵੇਰੀਏਸ਼ਨ। ਇਸ ਤੋਂ ਬਾਅਦ ਦੇ ਵਿੱਚ ਜਿਹੜਾ ਨੈਕਸਟ ਚੈਪਟਰ ਬੇਟਾ ਆਪਣੇ ਕੋਲੇ 2nd ਚੈਪਟਰ ਇਸ ਦੇ ਵਿੱਚ ਹੈ ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ, ਐਂਡ ਦੈਨ 3rd ਚੈਪਟਰ ਇਜ਼ ਐਵੋਲੂਸ਼ਨ। ਇਹਨਾਂ ਚੈਪਟਰਸ ਦੇ ਵਿੱਚ ਬੇਟਾ ਅਸੀਂ ਜੈਨੇਟਿਕਸ ਪੁਆਇੰਟ ਆਫ ਵਿਊ ਤੋਂ ਗੱਲ ਕਰਾਂਗੇ ਕਿ ਲਾਈਕ ਜਿਹੜਾ ਹੈਗਾ ਆਪਾਂ ਰਿਪਰੋਡਕਸ਼ਨ ਦੀ ਗੱਲ ਤਾਂ ਪਹਿਲੀ ਯੂਨਿਟ 'ਚ ਕਰ ਲਈ, ਜਿਵੇਂ ਮਦਰ ਦਾ ਬਲੱਡ ਗਰੁੱਪ ਇੱਥੇ A ਹੈ ਤੇ ਫਾਦਰ ਦਾ ਬਲੱਡ ਗਰੁੱਪ B ਹੈ, ਕੀ ਉਹਨਾਂ ਦਾ ਕੋਈ ਚਾਈਲਡ ਇਸ ਤਰ੍ਹਾਂ ਦਾ ਵੀ ਹੋ ਸਕਦਾ ਜਿਹਦਾ ਬਲੱਡ ਗਰੁੱਪ O ਹੋਵੇ? ਯੈਸ, ਦਿਸ ਇਜ਼ ਪੋਸੀਬਲ। A ਤੇ B ਦੇ ਕੰਬੀਨੇਸ਼ਨ ਨਾਲ ਬਲੱਡ ਗਰੁੱਪ O ਬਣ ਸਕਦਾ ਹੈ, AB ਬਣ ਸਕਦਾ ਹੈ, A ਬਣ ਸਕਦਾ ਹੈ, B ਬਣ ਸਕਦਾ। ਉਹ ਕਿਵੇਂ ਪੋਸੀਬਲ ਹੈ, ਕਿਹੜੀਆਂ ਪੋਸੀਬਿਲਿਟੀਜ਼ ਹੈਗੀਆਂ ਨੇ, ਉਹ ਸਾਰੀਆਂ ਜਿਹੜੀਆਂ ਪੋਸੀਬਿਲਿਟੀਜ਼ ਅਸੀਂ ਇਸ ਚੈਪਟਰ ਦੇ ਵਿੱਚ ਕਰਾਂਗੇ। ਜੇ ਮੇਲ ਤੇ ਫੀਮੇਲ ਦੇ ਵਿੱਚੋਂ, ਮਦਰ ਤੇ ਫਾਦਰ ਦੇ ਵਿੱਚ ਇੱਕ ਕਲਰ ਬਲਾਈਂਡਡ ਹੈਗਾ ਤਾਂ ਬੱਚੇ ਨੂੰ ਕਲਰ ਬਲਾਈਂਡਨੈਸ ਹੋਣ ਦੇ ਕੀ ਚਾਂਸਸ ਨੇ। ਇਫ ਵਨ ਆਫ ਦਾ ਪੇਰੈਂਟ ਇਜ਼ ਹੀਮੋਫਿਲਿਕ ਤਾਂ ਬੱਚੇ ਨੂੰ ਜਿਹੜਾ ਹੈਗਾ ਹੀਮੋਫਿਲੀਆ ਹੋਣ ਦੇ ਕੀ ਚਾਂਸਸ ਹੈਗੇ ਨੇ। ਜਿਹੜਾ ਆਪਣੇ ਕੋਲ ਜਿਹੜਾ ਚਾਈਲਡ ਹੈਗਾ, ਬॉय ਹੈ ਜਾਂ ਗਰਲ ਹੈ, ਉਹਦੇ ਵਿੱਚ ਕੀ ਚਾਂਸਸ ਹੈਗੇ ਨੇ ਇਹਨਾਂ ਡਿਜ਼ੀਜ਼ਸ ਨੂੰ ਹੋਣ ਦੇ। ਤੇ ਇਹ ਸਾਰੇ ਜਿਹੜੇ ਪੈਟਰਨਸ ਹੈਗੇ ਨੇ ਅਸੀਂ ਇਸ ਯੂਨਿਟ ਦੇ ਵਿੱਚ ਪੜ੍ਹਨੇ ਆ। ਸਾਡਾ ਜਿਹੜਾ 5ਵਾਂ ਚੈਪਟਰ ਹੈ ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ, ਇਹਦੇ 'ਚ ਅਸੀਂ DNA ਬਾਰੇ ਪੜ੍ਹਨਾ ਹੈ। DNA ਟੂ DNA ਕਿਵੇਂ ਬਣਦਾ ਹੈ, DNA ਤੋਂ RNA ਕਿਵੇਂ ਬਣਦਾ ਹੈ, ਜਾਂ ਜਿਹੜਾ ਹੈਗਾ ਬੇਟਾ ਆਪਣੇ ਕੋਲੇ ਪ੍ਰੋਟੀਨ ਸਿੰਥਸਿਸ ਕਿਵੇਂ ਹੁੰਦੀ ਹੈ, ਇਹ ਸਭ ਕੁਝ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਨਾ ਹੈ। ਨੈਕਸਟ ਇਜ਼ ਐਵੋਲੂਸ਼ਨ। ਐਵੋਲੂਸ਼ਨ ਬਾਰੇ ਤੁਸੀਂ ਬੇਟਾ ਬਹੁਤ ਸੁਣਿਆ ਹੋਣਾ, ਪੜ੍ਹਿਆ ਹੋਣਾ, ਕਿਵੇਂ ਅੱਜ ਦਾ ਹਿਊਮਨ ਬੀਇੰਗ ਇਵੋਲਵ ਹੋਇਆ। ਤੁਸੀਂ ਸਾਇੰਸ ਸਿਟੀ ਜ਼ਰੂਰ ਵਿਜ਼ਿਟ ਕੀਤੀ ਹੋਣੀ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਵਿੱਚ ਵੀ ਹਿਊਮਨ ਐਵੋਲੂਸ਼ਨ ਦਾ ਪੂਰਾ ਦੇਖੋ ਇੱਕ ਗੈਲਰੀ ਵੀ ਬਣੀ ਹੋਈ ਹੈ, ਉਹ ਸਭ ਕੁਝ ਕਿਵੇਂ ਹੋਇਆ। ਡਾਇਨਾਸੋਰ ਪਾਰਕ ਵੀ ਬਣਿਆ ਹੋਇਆ ਹੈ। ਤੇ ਐਵੋਲੂਸ਼ਨ ਟਾਈਮ ਟੂ ਟਾਈਮ ਕੀ ਚੇਂਜਸ ਆਈਆਂ ਨੇ ਸਰ ਦੇ ਉੱਤੇ, ਓਰੀਜਨ ਆਫ ਲਾਈਫ ਤੋਂ ਲੈ ਕੇ ਜਦੋਂ ਤੋਂ ਧਰਤੀ ਦੇ ਉੱਤੇ ਲਾਈਫ ਦਾ ਓਰੀਜਨ ਹੋਇਆ ਉਦੋਂ ਤੋਂ ਹੁਣ ਤੱਕ ਕੀ ਚੇਂਜਸ ਆਈਆਂ ਨੇ, ਜਾਂ ਫਰਦਰ ਕੀ ਐਵੋਲੂਸ਼ਨ ਹੋ ਸਕਦੀ ਹੈ, ਉਹ ਸਾਰਾ ਐਵੋਲੂਸ਼ਨ ਅਸੀਂ ਇੱਥੇ ਪੜ੍ਹਨਾ ਹੈ। ਬਹੁਤ ਇੰਟਰਸਟਿੰਗ ਚੈਪਟਰ ਹੈ ਬੇਟਾ ਇਹ ਵੀ ਸਾਡਾ 6th ਚੈਪਟਰ ਜਿਹੜਾ ਹੈਗਾ। ਨਾਓ ਕਮਿੰਗ ਟੂ 3rd ਯੂਨਿਟ। 3rd ਯੂਨਿਟ ਇਜ਼ ਬਾਇਓਲੋਜੀ ਐਂਡ ਹਿਊਮਨ ਵੈਲਫੇਅਰ। ਇਸ ਯੂਨਿਟ ਦੇ ਵਿੱਚ ਪਹਿਲਾਂ ਸਾਡੇ ਕੋਲੇ 3 ਚੈਪਟਰ ਸੀ, ਬਟ ਨਾਓ ਦਿਸ ਯੂਨਿਟ ਕੰਸਿਸਟ ਆਫ ਓਨਲੀ 2 ਚੈਪਟਰਸ। ਸਿਰਫ 2 ਚੈਪਟਰਸ ਨੇ। ਕਿਹੜਾ? ਇੱਕ ਤਾਂ ਹੈ ਹਿਊਮਨ ਹੈਲਥ ਐਂਡ ਡਿਜ਼ੀਜ਼, ਨੈਕਸਟ ਹੈ ਮਾਈਕਰੋਬਸ ਇਨ ਹਿਊਮਨ ਵੈਲਫੇਅਰ। ਇੱਕ ਚੈਪਟਰ ਇਹਦੇ ਵਿੱਚ ਸੀਗਾ ਸਟ੍ਰੈਟਜੀਜ਼ ਫॉर ਇਨਹਾਂਸਮੈਂਟ ਇਨ ਫੂਡ ਪ੍ਰੋਡਕਸ਼ਨ, ਪਹਿਲਾਂ ਵਾਲੇ ਸਿਲੇਬਸ 'ਚ ਹੈਗਾ, ਕੁਝ ਬੁੱਕਸ ਦੇ ਵਿੱਚ ਵੀ ਹੋ ਸਕਦਾ ਹੈ, ਬਟ ਹੁਣ ਉਹ ਸਿਲੇਬਸ ਡਿਲੀਟ ਹੋ ਚੁੱਕਿਆ। ਉਹ ਆਪਾਂ ਜਿਹੜਾ ਹੈਗਾ ਉਹ ਚੈਪਟਰ ਜਿਹੜਾ ਹੈਗਾ ਉਹ ਨਹੀਂ ਕਰਨਾ, ਇਸ ਕਰਕੇ ਧਿਆਨ ਰੱਖਣਾ ਕਿ ਉਹ ਚੈਪਟਰ ਸਾਡਾ ਡਿਲੀਟਡ ਹੈ ਤੇ ਸਾਡੇ ਕੋਲ ਸਿਰਫ 2 ਹੀ ਚੈਪਟਰਸ ਇਸ ਦੇ ਵਿੱਚ ਹੈਗੇ ਆ। ਜੇ ਮੈਂ ਹਿਊਮਨ ਹੈਲਥ ਐਂਡ ਡਿਜ਼ੀਜ਼ ਦੀ ਗੱਲ ਕਰਾਂ, ਹਿਊਮਨ ਹੈਲਥ ਐਂਡ ਡਿਜ਼ੀਜ਼ ਦੇ ਵਿੱਚ ਬੇਟਾ ਕਿਹੜੀਆਂ ਡਿਜ਼ੀਜ਼ਸ ਨੇ? ਮਲੇਰੀਆ ਹੈ, ਟਾਈਫਾਈਡ ਹੈ, ਕੋਲਰਾ ਹੈ, ਦੈਨ ਕਾਮਨ ਕੋਲਡ ਹੈ,
दैन अस्कैरिसिस है। इस तरह दी जिहड़ियां बहुत सारिया डिजीज़ जिहड़ियां हैगियां ने उन्हां बीमारियां बारे पढ़ना है, उन्हां दा कॉजिंग एजेंट की है, सिम्पटम्स की ने, किवें बीमारियां फैलदियां ने, मोड ऑफ ट्रांसमिशन की है। नैक्सट चैप्टर जिहड़ा हैगा बेटा अपने कोले वो है माइक्रोब्स इन ह्यूमन वैलफेयर। ये साडा 8th चैप्टर है। हुण देखो मैं 7वें चैप्टर च तां कही जाना कि साडे जिहड़े माइक्रो ऑर्गेनिज्म ने सानूं डिजीज़ कॉज करदे है। इत्थे आके मैं गल करें कि दीज माइक्रो ऑर्गेनिजम्स आर यूजफुल फॉर ह्यूमन बींग। किवें असीं कोविड का टाइम लंघाया, किवें माइक्रो ऑर्गेनिजम्स तो सानूं डर लगता है, बट इत्थे गल कीती जा रही कि माइक्रो ऑर्गेनिजम्स आर यूजफुल फॉर ह्यूमन बींग, क्योंकि जे माइक्रो ऑर्गेनिज्म ना होणगे तां कार्डिंग ऑफ मिल्क किवें होऊ, दही किवें जम्मूगा। इस तरीके नाल ही माइक्रो ऑर्गेनिज्म साडी बेकरी च हैल्प करते, असीं ब्रैड किवें खावांगे, पीज़ा बेस जिहड़ा ब्रैड लगदा वो किवें बनूगा साडे कोले। दैन अपने कोले माइक्रो ऑर्गेनिज्म साडी सीवेज ट्रीटमेंट दे विच, गंदे पानी दे सफाई दे विच भी काम करते हैं, एनर्जी प्रोडक्शन बायोगैस प्रोडक्शन च भी काम करते हैं। सो देयर आर वेरीअस यूजेस ऑफ माइक्रो ऑर्गेनिजम्स। माइक्रो ऑर्गेनिज्म साडे लई किवें यूजफुल हैगे ने वो सब असीं इस चैप्टर दे विच पढ़ांगे। देखो साडी रूटीन लाइफ दे नाल जुड़िया होया चैप्टर है, औखा किवें हो सकदा है। मैं पहले ही बार गल कीती है कि 10+2 बायोलॉजी बड़ा ईजी है, सिलेबस भी ईजी है, सीखण दा सिलेबस है, याद करन दा रट्टे मारन दा सिलेबस नहीं हैगा। फिर भी जे किते कोई प्रॉब्लम हैगी, कोई डाउट्स हैगे तां असीं हैगे आ, आपां अटैच रहांगे ते असीं सारियां प्रॉब्लम्स थ्रू आउट द ईयर जिहड़ियां हैगियां ने वो सॉल्व करते जावांगे। वी विल ट्राई कि असीं कोई ना कोई इस तरह का ग्रुप भी बनाइए। वैसे तो एक ऐप जिहड़ी हैगी है बनाई है, उस ऐप के थ्रू भी उहदे चैट बॉक्स दे विच भी असीं सारे एक दूजे नाल चैट कर सकते हैं, गलबात कर सकते हैं। दैन नैक्सट अपने को 4th जिहड़ी यूनिट है दैट इज़ बायोटैक्नोलॉजी एंड इट्स प्रिंसीपल्स। छोटी यूनिट है, 2 ही चैप्टर्स इस यूनिट दे विच हैगे ने। सो इन्हां दोनों चैप्टर्स नूं बेटा आपां पहले दे विच बायोटैक्नोलॉजी दे की प्रोसीजर है, प्रिंसीपल्स की है, दूसरे च हाउ बायोटैक्नोलॉजी इज़ यूजफुल। जिवें आपां एग्रीकल्चर की गल करिए, साडे नरमे नूं सुंडियां पैंदियां सी तां असीं उस दे वास्ते BT कॉटन बनाया। किवें बनाया? बायोटैक्नोलॉजी नाल ही बनाया। डायबिटीज़ हो जाती है, थानू इंसुलिन की जरूरत पैंदी है, एनो इंसुलिन किवें प्रोड्यूस होंदा है? बायोटैक्नोलॉजी नाल। वो सब कुछ असीं इस चैप्टर दे विच बेटा पढ़ना है। नैक्सट 5th यूनिट जिहड़ा एक्चुअली बायोलॉजी का चाहीदी तुसीं कह दो, पर मैनूं लगदा हुंदा कि एनवायरनमेंट का जनरल है। 3 चैप्टर एवें ही दिते हुए है। 13 दे विचों 10 चैप्टर थोड़े जे आपां पहलां कर लए। 3 चैप्टर जिहड़े इस यूनिट दे विच हैगे ने, यूनिट है इकोलॉजी एंड एनवायरनमेंट। 3 चैप्टर्स जिहड़े हैगे ने इस दे विच बेटा एक चैप्टर साडे कोले है ऑर्गेनिज्म एंड पॉपूलेशन। नैक्सट चैप्टर जिहड़ा साडे सिलेबस का 12th चैप्टर है दैट इज़ इकोसिस्टम। एंड दैन 13th चैप्टर जिहड़ा अपने कोले बेटा हैगा वो चैप्टर साडा किहड़ा है? बायोडाइवर्सिटी एंड इट्स कंजरवेशन। पहलां दे विच एक होर चैप्टर सी जिहड़ा कि साडे सिलेबस का 16वां चैप्टर हुंदा सी, वो चैप्टर सी एनवायरमेंटल इशूज़। हुण वो चैप्टर साडे सिलेबस दे विचों डिलीट हो चुका है, वो नहीं असीं करना। सो ये पूरा सिलेबस ही 13 चैप्टर मैं तुहाडे नाल डिस्कस कीते ने। सिंपल चैप्टर अपने कोले बेटा हैगे ने। इन्हां सारे चैप्टर्स दे विचों लास्ट यूनिट तां आउंदे वैसे ही हो जानी है, क्योंकि मैं 13वें चैप्टर की गल कर रहा सी बायोडाइवर्सिटी एंड इट्स कंजरवेशन। उधरों तुसीं एनवायरनमेंट एजुकेशन दे विच पहले चैप्टर की गल करके आओ। एनवायरनमेंट एजुकेशन का साडा पहला चैप्टर बायोडाइवर्सिटी जैविक विभिन्नता, तो इधर साडा 13वां चैप्टर लास्ट चैप्टर बायोडाइवर्सिटी। सो इत्थे तक आउंदे असीं वैसे ही पढ़ लैना जैविक विभिन्नता नूं किवें बचाया जा सकता है, नैशनल पार्क्स की हुंदे ने, बायोस्फीयर रिजर्व की हैगे ने। सो बड़ा सिंपल चैप्टर है। इस तरीके नाल बेटा ये सिलेबस जिहड़ा मैं तुहाडे नाल सारा डिस्कस कीता। हुण इस सिलेबस नूं असीं थ्रू आउट द ईयर किवें पढ़ांगे, इस दे विच जे मैं तुहानूं पहले ही दस्सिआ कि तुसीं लर्नर्स बोहा ते भी अटैच रहो, तुसीं ई मास्टर लर्निंग ऐप डाउनलोड करो, उह तुहानूं कोर्सेस भी मिलणगे, बहुत सारा फ्री कंटेंट दिता होगा। उत्थे जाके इस सिलेबस की PDF भी तुसीं डाउनलोड कर सकते हो। बहुत सारे तुहानूं इंपॉर्टेंट क्वेश्चनस मिलणगे, वो भी तुसीं देख सकते हो। तो नाल बेटा बहुत सारे तुहानूं इस तरह के लैक्चर्स ਜਿਹੜੇ ਲੈਕਚਰਸ टाइम टू टाइम ਇੱਥੇ ਅਪਲੋਡ ਹੁੰਦੇ ਰਹਿੰਦੇ ਹੈ, ਤਾਂ ਉਹਦੇ ਤੁਹਾਨੂੰ ਨੋਟੀਫਿਕੇਸ਼ਨਸ ਆਪਣੇ ਆਪ ਹੀ ਮਿਲਦੇ ਰਹਿਣਗੇ। ਤਾਂ ਇਸ ਕਰਕੇ ਬੇਟਾ ਜਿਹੜਾ ਹੈਗਾ ਆਪਾਂ ਇਹ ਸਾਡਾ ਪਲਾਨ ਸੀ ਸਟੱਡੀ ਦਾ, ਕਿਵੇਂ ਅਟੈਚ ਰਹਿ ਸਕਦੇ ਹਾਂ, ਕਿਵੇਂ ਮੈਂ ਤੁਹਾਡੀ ਹੈਲਪ ਕਰ ਸਕਦਾ। ਦੂਸਰਾ ਬੇਟਾ ਤੁਸੀਂ WhatsApp ਦੇ ਉੱਤੇ ਸਕਰੀਨ ਦੇ ਉੱਤੇ ਮੋਬਾਈਲ ਨੰਬਰ ਆ ਰਿਹਾ ਮੇਰਾ, ਇਸ ਦੇ ਉੱਤੇ ਤੁਸੀਂ ਕਦੋਂ ਵੀ WhatsApp ਕਰੋ। ਤੁਹਾਡੀ ਕੋਈ ਕੁਐਸਚਨ ਹੈ, ਤੁਹਾਡਾ ਕੋਈ ਡਾਊਟ ਹੈ, ਤਿਆਰੀ ਕਿਵੇਂ ਕਰਨੀ ਹੈ ਜੀ, ਤੇ ਕੋਈ ਸਮਝ ਨਹੀਂ ਲੱਗ ਰਿਹਾ, ਉਹਦਾ ਆਨਸਰ ਕੀ ਆਉਣਾ ਚਾਹੀਦਾ, ਕੋਈ ਸਪੈਸੀਫਿਕ ਕੁਐਸਚਨ ਹੈ, ਕੋਈ MCQ ਹੀ ਹੈਗਾ, ਕੀ ਆਨਸਰ ਹੋਣਾ ਚਾਹੀਦਾ, ਤੇ ਇਹ ਆਨਸਰ ਕਿਉਂ ਹੋਣਾ ਚਾਹੀਦਾ, ਕੋਈ ਡਾਊਟ ਹੈਗਾ ਤੁਸੀਂ ਕੁਐਸਚਨ ਭੇਜੋ, ਨਾਲ ਇੱਕ ਆਪਣਾ ਵੌਇਸ ਮੈਸੇਜ ਵੀ ਭੇਜੋ ਕਿ ਸਰ ਮੈਨੂੰ ਆਹ ਪ੍ਰੋਬਲਮ ਹੈ। ਮੈਸੇਜ ਲਿਖ ਕੇ ਭੇਜੋਗੇ ਨਾ, ਟਾਈਪ ਕਰੋਗੇ। ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪਣੀ ਗੱਲ ਪ੍ਰੋਪਰਲੀ ਐਕਸਪ੍ਰੈਸ ਨਹੀਂ ਕਰ ਪਾਉਂਦੇ, ਤੁਸੀਂ ਵੌਇਸ ਮੈਸੇਜ ਕਰ ਸਕਦੇ ਹੋ।
ਮੇਰੇ ਕੋਲ ਵॉइस ਮੈਸੇਜ ਆਊਗਾ, ਉਹਨੂੰ ਸੁਣੂਗਾ ਤੇ ਤੁਹਾਡੀ ਜੋ ਵੀ ਕੁਐਰੀ ਹੋਊਗੀ ਤੁਹਾਨੂੰ ਨਾਲ ਦੀ ਨਾਲ ਉਹਦਾ ਆਨਸਰ ਮਿਲੂਗਾ। ਕੋਈ ਵੀ ਕੁਐਸਚਨ ਤੁਹਾਡਾ ਹੈਗਾ ਸਟੱਡੀ ਦੇ ਰਿਗਾਰਡਿੰਗ, ਕਿਵੇਂ ਪੜ੍ਹਨਾ ਹੈ, ਪਲਾਨ ਕੀ ਹੈ, ਕੋਈ ਵੀ ਡਾਊਟ ਹੈ, ਕਿਸੇ ਵੀ ਟਾਈਮ ਦੇ ਉੱਤੇ ਤੁਸੀਂ ਪੁੱਛ ਸਕਦੇ ਹੋ। ਅਸੀਂ ਥਰੂ ਆਊਟ ਦਾ ਈਅਰ ਬੇਟਾ ਇਸ ਪਲੇਟਫਾਰਮ ਦੇ ਥਰੂ ਅਟੈਚ ਰਹਾਂਗੇ। ਥੈਂਕ ਯੂ ਵੈਰੀ ਮਚ।